ਦੋਸਤੋ ਮੇਰੀ ਅੱਜ ਇਸ ਵੀਡੀਓ ਰਿਪੋਰਟ ਵਿੱਚ ਮੈਂ ਗੱਲਬਾਤ ਕਰਾਂਗਾ ਪੰਜਾਬ ਵਿੱਚ ਨਾਇਬ ਤਹਿਸੀਲਦਾਰਾਂ ਦੀ ਭਰਤੀ ਤੇ ਉਹਨਾਂ ਦੀ ਨਿਯੁਕਤੀਆਂ ਦੀ ਉਹ ਪ੍ਰਕਿਰਿਆ ਜਿਸ ਨੂੰ ਕਿ ਰੱਦ ਕਰਨ ਦਾ ਫੈਸਲਾ ਪੰਜਾਬ ਸਰਕਾਰ ਨੇ ਲਿਆ ਹੈ। ਇੱਕ ਬਹੁਤ ਅਹਿਮ ਅਪਡੇਟ ਹੈ ਜੋ ਕਿ ਬੀਤੇ ਹਫਤੇ ਆਈ ਹੈ। 7 ਫਰਵਰੀ 2023 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦੀ ਸੁਣਵਾਈ ਦੌਰਾਨ ਇਨਫੈਕਟ ਬੰਚ ਆਫ ਪਟੀਸ਼ਨ ਸੀ ਸ਼ੈਫੀ ਸਿੰਗਲਾ ਵਰਸਸ ਸਟੇਟ ਆਫ ਪੰਜਾਬ, ਜਿਸ ਵਿੱਚ ਕਈ ਯਾਚਿਕਾਕਰਤਾਵਾਂ ਨੇ ਉਹ ਕੈਂਡੀਡੇਟਸ ਜੋ ਕਿ ਇਹਨਾਂ ਇਮਤਿਹਾਨਾਂ ਵਿੱਚ ਬੈਠੇ ਜਿਨ੍ਹਾਂ ਨੇ ਵੱਡੇ ਪੱਧਰ ਦੀ ਗੜਬੜੀ ਜੋ ਕਿ ਨਾਇਬ ਤਹਿਸੀਲਦਾਰਾਂ ਦੀ ਭਰਤੀ ਦੀ ਇਸ ਪੂਰੀ ਦੀ ਪੂਰੀ ਪ੍ਰਕਿਰਿਆ ਹੇਠ ਹੋਈ ਉਸ ਨੂੰ ਚੁਣੌਤੀ ਵੀ ਦਿੱਤੀ ਤੇ ਇਸ ਪ੍ਰਕਿਰਿਆ ਨੂੰ ਰੱਦ ਕਰਨ ਦੀ ਗੱਲ ਵੀ ਕੀਤੀ। ਸੋ ਪੰਜਾਬ ਸਰਕਾਰ ਨੇ ਆਫੀਸ਼ੀਅਲੀ ਇਸ ਚੀਜ਼ ਨੂੰ ਕਬੂਲਿਆ ਹੈ ਕਿ ਇਸੇ ਸਾਲ ਜਨਵਰੀ 20 2023 ਨੂੰ ਇਸ ਭਰਤੀ ਪ੍ਰਕਿਰਿਆ ਜੋ ਕਿ ਸ਼ੁਰੂ ਹੋਈ ਸੀ ਦਸੰਬਰ 2020 ਦੇ ਵਿੱਚ, ਇਸ ਦਾ ਇਮਤਿਹਾਨ ਹੋਇਆ ਸੀ ਮਈ 2022 ਦੇ ਵਿੱਚ। ਇਸ ਇਮਤਿਹਾਨ ਵਿੱਚ ਵੱਡੇ ਪੱਧਰ ਦੀ ਗੜਬੜੀ ਹੋਈ ਸੀ। ਆਪਾਂ ਪਹਿਲਾਂ 2 ਰਿਪੋਰਟਾਂ ਇਸੇ ਚੈਨਲ ਰਿਤੇਸ਼ ਲੱਖੀ ਅਨਪਲੱਗਡ ਉੱਤੇ ਬਣਾਈਆਂ ਨੇ। 8 ਅਕਤੂਬਰ ਦੀ ਮੇਰੀ ਪਹਿਲੀ ਰਿਪੋਰਟ ਬਣਦੀ ਹੈ, ਜਿਸ ਤੋਂ ਬਾਅਦ ਦਸੰਬਰ ਦੇ ਵਿੱਚ ਇੱਕ ਮੈਂ ਫੋਲੋਅਪ ਰਿਪੋਰਟ ਬਣਾਉਂਦਾ ਤੇ ਇਸ ਲੜੀ ਦੀ ਮੇਰੀ ਇਹ ਤੀਸਰੀ ਰਿਪੋਰਟ ਹੈ। ਆਪਾਂ ਉਹਨਾਂ ਰਿਪੋਰਟਾਂ ਵਿੱਚ ਬਹੁਤ ਵੇਰਵੇ ਸਹਿਤ ਜਾਣਕਾਰੀ ਦਿੱਤੀ ਸੀ ਕਿ ਕਿਹੜੀਆਂ ਗੜਬੜੀਆਂ ਹੋਈਆਂ ਹੋ ਸਕਦੀਆਂ ਨੇ ਤੇ ਹੋਈਆਂ, ਕਿਉਂਕਿ ਬਾਅਦ ਦੇ ਵਿੱਚ ਪਟਿਆਲਾ ਪੁਲਿਸ ਨੇ ਇੱਕ ਇਨਵੈਸਟੀਗੇਸ਼ਨ ਕੀਤੀ ਜਿਸ ਵਿੱਚ ਕੀ ਧਰਪਕੜ ਕੀਤੀ ਗਈ ਤੇ ਤਕਰੀਬਨ 10 ਦੇ ਆਸ-ਪਾਸ ਲੋਕਾਂ ਨੂੰ ਇਸ ਕੇਸ ਦੇ ਵਿੱਚ ਫੜ ਲਿਆ ਗਿਆ। ਪਤਾ ਇਹ ਲੱਗਾ ਕਿ ਲੱਖਾਂ ਰੁਪਇਆ 22 ਲੱਖ ਰੁਪਇਆ ਦੇ ਕੇ ਨਾਇਬ ਤਹਿਸੀਲਦਾਰ ਲੱਗਣ ਲਈ ਇਸ ਐਗਜ਼ਾਮੀਨੇਸ਼ਨ ਦੇ ਵਿੱਚ ਨਕਲ ਜਿਹੜੀ ਸੀ ਉਸ ਨੂੰ ਬਹੁਤ ਇੱਕ ਹਾਈਟੈਕ ਤਰੀਕੇ ਦੇ ਨਾਲ ਮਾਰਿਆ ਗਿਆ। ਲੇਕਿਨ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ 20 ਜਨਵਰੀ ਇਸ ਸਾਲ ਇਸ ਪ੍ਰਕਿਰਿਆ ਨੂੰ ਰੱਦ ਕਰਨ ਦੇ ਫੈਸਲੇ ਦੇ ਬਾਰੇ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਜਾਂ ਮੁੱਖ ਮੰਤਰੀ ਵੱਲੋਂ ਖੁਦ ਜਾਰੀ ਕੀਤੀ ਜਾਣੀ ਚਾਹੀਦੀ ਸੀ। ਇੱਕ ਤਕਾਜ਼ਾ ਸੀ, ਨਾਇਬ ਤਹਿਸੀਲਦਾਰਾਂ ਦੀ ਬਹੁਤ ਵੱਡੀ ਪ੍ਰਕਿਰਿਆ ਸੀ। 78 ਨਾਇਬ ਤਹਿਸੀਲਦਾਰ ਭਰਤੀ ਕੀਤੇ ਜਾਣੇ ਸਨ ਤੇ ਪੰਜਾਬ ਦਾ ਸਭ ਤੋਂ ਵੱਡਾ ਭਰਤੀ ਕਰਨ ਵਾਲਾ ਅਦਾਰਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਉਸ ਵੱਲੋਂ ਇਹ ਪ੍ਰੀਖਿਆ ਨੂੰ ਕੰਡਕਟ ਕਰਵਾਇਆ ਗਿਆ ਸੀ। ਇਸ ਦੇ ਵਿੱਚ ਕੋਈ ਸਕੈਨਰਸ ਜਾਂ ਜੈਮਰਸ ਜਿਹੜੇ ਕਿ ਇਲੈਕਟ੍ਰੋਨਿਕ ਡਿਵਾਈਸਿਸ ਨੂੰ ਇਕਵਿਪਮੈਂਟ ਨੂੰ ਜੈਮ ਕਰ ਸਕਣ, ਰੋਕ ਸਕਣ, ਨਿਸ਼ਕ੍ਰਿय ਕਰ ਸਕਣ, ਉਹਨਾਂ ਦੀ ਵਰਤੋਂ ਨਾ ਕੀਤਾ ਜਾਣਾ। ਸਵਾਲ ਉਸ ਵਕਤ ਉੱਠੇ ਜਦੋਂ ਮੂਨਕ ਤੇ ਪਾਤਣਾ ਦੇ ਜਿਹੜੇ ਕੈਂਡੀਡੇਟ ਸੀ, ਪਹਿਲੇ 20 ਟੌਪਰਸ ਦੇ ਵਿੱਚੋਂ 12 ਜਿਹੜੇ ਟੌਪਰ ਸੀ ਉਹ ਮੂਨਕ ਤੇ ਪਾਤਣਾ ਤੋਂ ਹੀ ਨਿਕਲਿਆ ਹੈ। ਆਪਾਂ ਉਹ ਡਿਟੇਲ ਰਿਪੋਰਟਸ ਨੂੰ ਥੋੜੀ ਨਜ਼ਰ ਕੀਤਾ ਹੈ ਜਿਸ ਵਿੱਚ ਕਿ ਡਾਕਟਰ ਪਿਆਰੇ ਲਾਲ ਗਰਗ ਨੇ ਇਸ ਮੁੱਦੇ ਨੂੰ ਟੇਕ ਅਪ ਕੀਤਾ। ਆਰਟੀਆਈ ਐਪਲੀਕੇਸ਼ਨਾਂ ਉਹਨਾਂ ਵੱਲੋਂ ਪਾਈਆਂ ਗਈਆਂ। ਪ੍ਰਖਿਆਰਥੀ ਜਿਹੜੇ ਕੈਂਡੀਡੇਟ ਸੀ ਉਹਨਾਂ ਨੇ ਬਹੁਤ ਰੌਲਾ ਰੱਪਾ ਪਾਇਆ, ਲੇਕਿਨ ਸਰਕਾਰ ਵੱਲੋਂ ਤਦ ਤੱਕ ਇਸ ਭਰਤੀ ਪ੍ਰਕਿਰਿਆ ਨੂੰ ਰੱਦ ਨਹੀਂ ਕੀਤਾ ਗਿਆ ਜਦ ਤੱਕ ਉਮੀਦਵਾਰਾਂ ਨੂੰ ਜਾਂ ਕਹੀਏ ਕਿ ਪਟੀਸ਼ਨਰਸ ਨੂੰ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਨਹੀਂ ਪਿਆ। ਆਖਿਰ ਇਸ ਚੀਜ਼ ਦੇ ਕੀ ਕਾਰਨ ਮੰਨੇ ਜਾਣ ਕਿ ਸਰਕਾਰਾਂ ਖੁਦ ਬਖੁਦ ਐਡੇ ਵੱਡੇ ਕਪੜੇ ਆਪਣੀ ਅੱਖਾਂ ਦੇ ਸਾਹਮਣੇ ਹੁੰਦੀਆਂ ਹੋਈਆਂ ਵੇਖ ਰਹੀਆਂ ਹੋਣ, ਪਬਲਿਕ ਦੇ ਵਿੱਚ ਹਾਏ ਤੌਬਾ ਮਚੀ ਹੋਵੇ, ਮੇਰੇ ਵੱਡੇ ਕੱਦੇ ਪੱਤਰਕਾਰ ਨੇ ਵੀ ਰੌਲਾ ਰੱਪਾ ਪਾਇਆ ਹੋਵੇ, ਡਾਕਟਰ ਪਿਆਰੇ ਲਾਲ ਗਰਗ ਨੇ ਤਾਂ ਪੂਰੇ ਦੇ ਪੂਰੇ ਤਰਕਾਂ ਦੇ ਨਾਲ ਗੱਲਬਾਤ ਕੀਤੀ, ਜਿਹੜੀ ਚਿੱਠੀਆਂ ਜਿਹੜੀ ਆਰਟੀਆਈ ਐਪਲੀਕੇਸ਼ਨਸ ਕਿਸੇ ਵੀ ਭਰਤੀ ਜਾਂ ਰਿਕਰੂਟਮੈਂਟ ਨੂੰ ਲੈ ਕੇ ਕੰਡਕਟ ਆਫ ਐਗਜ਼ਾਮੀਨੇਸ਼ਨ ਦੇ ਜਿਹੜੇ ਨੁਕਤੇ ਹੁੰਦੇ ਨੇ ਉਹਨਾਂ ਨੂੰ ਲੈ ਕੇ ਜਿਹੜੇ ਉਹਨਾਂ ਦੇ ਸਟੀਕ ਸਵਾਲ ਸੀ ਉਹਨਾਂ ਨੇ ਸਰਕਾਰ ਨੂੰ ਲਿਖੇ ਪੁੱਛੇ ਵੀ। ਲੇਕਿਨ ਇਹ ਸਾਰੀ ਚੀਜ਼ਾਂ ਦੇਖਦੇ ਹੋਏ ਵੀ ਕਈ ਮਹੀਨੇ ਤੱਕ ਦੇ ਇਸ ਇੰਤਜ਼ਾਰ ਦਾ ਕਾਰਨ ਕੀ ਸੀ। ਹੁਣੇ ਦੱਸਦੇ ਕਿ ਪਟਿਆਲਾ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਸੀ ਉਸ ਨੂੰ ਨਵੰਬਰ ਦੇ ਮਹੀਨੇ ਦੇ ਵਿੱਚ ਕਿਸੇ ਸਿੱਟੇ ਤੱਕ ਪਹੁੰਚਾਤਾ ਸੀ ਤੇ ਇਹ ਸਮਝ ਵਿੱਚ ਆ ਚੁੱਕਾ ਸੀ ਕਿ ਇਹ ਜਿਹੜਾ ਇਮਤਿਹਾਨ ਹੈ ਉਸ ਦੇ ਵਿੱਚ ਨਕਲ ਬਹੁਤ ਵੱਡੇ ਪੱਧਰ ਤੇ ਚੱਲੀ ਹੈ ਤੇ ਇਹ ਵੀ ਸਮਝ ਆ ਚੁੱਕਾ ਸੀ ਕਿ ਕਿਉਂਕਿ ਸਕੈਨਰਸ ਤੇ ਜੈਮਰਸ ਨਹੀਂ ਲੱਗੇ ਸਨ, ਸੋ ਇਹ ਜਿਹੜੇ ਕੈਂਡੀਡੇਟ ਜਿਹੜੇ ਦਾਗੀ ਕੈਂਡੀਡੇਟ ਸੀ ਪਹਿਲੇ 20 ਦੇ ਵਿੱਚੋਂ ਘੱਟੋ ਘੱਟ 11-12 ਜਿਹੜੇ ਟੌਪਰਸ ਮੂਨਕ ਤੇ ਪਾਤਣਾ 2 ਇਲਾਕਿਆਂ ਦੇ ਟੌਪਰਸ ਜਿਹੜੇ ਸੀ ਤੇ ਖਾਸ ਕਰਕੇ ਪਿੰਡ ਦੇ ਦੇਣਾ ਇੱਕ ਅਜਿਹਾ ਪਿੰਡ ਜਿੱਥੋਂ ਕਿ ਤਕਰੀਬਨ ਸ਼ਾਇਦ 3 ਜਾਂ 4 ਜਿਹੜੇ ਟੌਪਰ ਸੀ ਉਹ ਇਸੇ ਪਿੰਡ ਦੇ ਸੀਗੇ, ਜਿਨ੍ਹਾਂ ਵਿੱਚੋਂ 2 ਤਾਂ ਸ਼ਾਇਦ ਰਿਸ਼ਤੇਦਾਰ ਵੀ ਸੀ। ਸੋ ਜਦੋਂ ਇਹਨਾਂ ਇਲਾਕਿਆਂ ਦੇ ਜ਼ੈਰੋਇਨ ਕੀਤਾ ਗਿਆ ਪਟਿਆਲਾ ਪੁਲਿਸ ਨੇ ਨਵੰਬਰ ਤੇ ਦਸੰਬਰ ਦੇ ਪਹਿਲੇ ਹਫ਼ਤੇ ਤੱਕ ਉਹਨਾਂ ਨੇ ਕਾਫੀ ਹੱਦ ਤੱਕ ਤੱਥ ਕੱਢਤਾ ਸੀ। ਧਰਪਕੜ ਹੋਈ, ਦੂਸਰਾ, ਤੀਸਰਾ, 5ਵਾਂ, 12ਵਾਂ ਜਿਨ੍ਹਾਂ ਨੇ ਰੈਂਕ ਹਾਸਲ ਕੀਤਾ ਸੀ ਇਹ ਸਾਰੇ ਉਮੀਦਵਾਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਉਹ ਲੋਕਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਨੇ ਕੈਥਲ ਦੇ ਕੁਝ ਹਰਿਆਣੇ ਦੇ ਲੋਕ ਸਨ ਜੋ ਕਿ ਇੱਕ ਬਾਰਡਰ ਇਲਾਕਾ ਪੈਣ ਦੇ ਕਾਰਨ ਉੱਥੇ ਦਾ ਨਕਲ ਮਾਫੀਆ ਜਾਂ ਕਹਿ ਲਈਏ ਵੀ ਪੇਪਰ ਲੀਕ ਮਾਫੀਆ, ਇਸ ਚੀਜ਼ ਨੂੰ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਕਿ ਹਰਿਆਣੇ ਦਾ ਜਿਹੜਾ ਪੇਪਰ ਲੀਕ ਮਾਫੀਆ ਹੈ ਉਹ ਦੇਸ਼ ਭਰ ਦੇ ਵਿੱਚ ਸਭ ਤੋਂ ਖਤਰਨਾਕ ਪੇਪਰ ਲੀਕ ਮਾਫੀਆ ਦੇ ਵਿੱਚੋਂ ਆਉਂਦਾ ਹੈ। ਤਾਂ ਇਸ ਕੇਸ ਦੇ ਵਿੱਚ ਵੀ ਕੈਥਲ ਦੇ ਨਾਲ ਪੇਪਰ ਲੀਕ ਕਰਨ ਵਾਲਿਆਂ ਦੇ ਤਾਰ ਜੁੜੇ ਤੇ ਪਟਿਆਲਾ ਪੁਲਿਸ ਜਾਂ ਉਹਨਾਂ ਦੀ ਸੀਆਈਏ ਟੀਮਾਂ ਨੇ ਜਿਨ੍ਹਾਂ ਨੂੰ ਤਜਰਬਾ ਸੀ, ਮੈਂ ਪਹਿਲਾਂ ਰਿਪੋਰਟਾਂ ਵਿੱਚ ਜ਼ਿਕਰ ਕਰ ਚੁੱਕਾ, ਮੈਂ ਦੁਬਾਰਾ ਨਹੀਂ ਕਰਾਂਗਾ, ਤੁਸੀਂ ਪੁਰਾਣੀਆਂ ਰਿਪੋਰਟਸ ਮੇਰੀਆਂ ਵੇਖ ਸਕਦੇ ਹੋ, ਉਹਨਾਂ ਨੇ ਧਰਪਕੜ ਸ਼ੁਰੂ ਕਰਤੀ ਸੀ। ਲੇਕਿਨ ਨਵੰਬਰ, ਦਸੰਬਰ ਤੇ ਜਨਵਰੀ ਤੱਕ ਜਦ ਤੱਕ ਕੈਂਡੀਡੇਟਸ ਜਾ ਕੇ ਅਦਾਲਤ ਦੇ ਵਿੱਚ ਖੜੇ ਨਹੀਂ ਹੋ ਗਏ ਉਹਨਾਂ ਪੁਲਿਸ ਰਿਪੋਰਟਾਂ ਦਾ ਹਵਾਲਾ ਉਹਨਾਂ ਨੇ ਨਹੀਂ ਦਿੱਤਾ ਜਿਸ ਵਿੱਚ ਇਹ ਸ਼ਰੇਆਮ ਪਾਇਆ ਗਿਆ ਸੀ ਕਿ 22 ਲੱਖ ਰੁਪਇਆ ਦਿੱਤਾ ਗਿਆ ਕੈਂਡੀਡੇਟਸ ਵੱਲੋਂ। ਉਹਨਾਂ ਨੂੰ ਬਲੂਟੂਥ ਡਿਵਾਈਸਿਸ ਦਿੱਤੀਆਂ ਗਈਆਂ, GSM ਮੋਬਾਈਲ ਦੇ ਜ਼ਰੀਏ ਜਿਹੜੇ ਟਰਾਂਸਮਿਸ਼ਨ ਆਫ ਸਿਗਨਲਸ ਹੋਇਆ ਤੇ ਪੇਪਰਾਂ ਦੇ ਵਿੱਚ ਬੈਠੇ ਇਹਨਾਂ ਕੈਂਡੀਡੇਟਸ ਨੂੰ ਪੇਪਰਸ ਨੂੰ ਸਕੈਨ ਕਰਕੇ ਉਹਨਾਂ ਦੀਆਂ ਆਨਸਰ ਕੀਜ਼ ਜਿਹੜੀਆਂ ਸੀਆਂ ਉਹ ਟਰਾਂਸਮਿਟ ਇਲੈਕਟ੍ਰੋਨਿਕਲੀ ਕੀਤੀਆਂ ਗਈਆਂ।
ਇਹ ਸਾਰੀ ਦੀ ਸਾਰੀ ਜਿਹੜੀ ਗੱਲਬਾਤ ਤੇ ਗੋਰਖ ਧੰਦਾ ਸਾਹਮਣੇ ਆਉਣ ਦੇ ਬਾਵਜੂਦ ਵੀ ਸਰਕਾਰ ਨੇ ਇੰਨਾ ਸਮਾਂ ਲਿੱਤਾ। ਤੇ ਮੈਨੂੰ ਤਕਲੀਫ ਇਸ ਗੱਲ ਦੀ ਹੈ ਕਿ ਅਦਾਲਤ ਦੇ ਵਿੱਚ ਜਾ ਕੇ ਇਹਨਾਂ ਪਟੀਸ਼ਨਰਸ ਨੂੰ ਇਸ ਚੀਜ਼ ਦੇ ਬਾਰੇ ਜਾਣਕਾਰੀ ਸਰਕਾਰ ਤੋਂ ਲੈਣੀ ਪਈ ਕਿ ਸਰਕਾਰ ਨੇ ਇਸ ਭਰਤੀ ਪ੍ਰਕਿਰਿਆ ਨੂੰ ਰੱਦ ਕਰਤਾ ਹੈ, ਜਦਕਿ ਸਰਕਾਰ ਨੂੰ ਇਸ ਭਰਤੀ ਪ੍ਰਕਿਰਿਆ ਨੂੰ ਅਕਤੂਬਰ ਦੇ ਮਹੀਨੇ ਦੇ ਵਿੱਚ ਹੀ ਰੱਦ ਕਰ ਦੇਣਾ ਚਾਹੀਦਾ ਸੀ। ਉਸ ਵਕਤ ਹੀ ਕਈ ਵਿਰੋਧੀ ਪਾਰਟੀਆਂ ਨੇ ਵੀ ਇਸ ਮੁੱਦੇ ਨੂੰ ਚੁੱਕ ਲਿਆ ਸੀ। ਠੀਕ ਹੈ, ਮੇਨ ਸਟ੍ਰੀਮ ਮੀਡੀਆ ਜੋ ਕਿ ਸਰਕਾਰ ਦੇ ਇਸ਼ਤਿਹਾਰਾਂ ਦੇ ਬੋਝ ਥੱਲੇ, ਅਹਿਸਾਨ ਥੱਲੇ ਦਬਿਆ ਹੋਇਆ ਹੈ, ਉਸਨੇ ਇਸ ਵਿਸ਼ੇ ਨੂੰ ਟੇਕ ਅਪ ਨਹੀਂ ਕੀਤਾ। ਲੇਕਿਨ ਬਹੁਤ ਸੇ ਅਜਿਹੇ ਅਦਾਰੇ ਸਨ, ਬਹੁਤ ਸੇ ਅਜਿਹੇ ਲੋਕ ਸਨ, ਸਿਵਲ ਰਾਈਟਸ ਐਕਟਿਵਿਸਟ ਸਨ, ਇਹ ਕੈਂਡੀਡੇਟਸ ਖੁਦ ਸਨ ਜੋ ਕਿ ਰੌਲਾ ਪਾ ਰਹੇ ਸਨ। ਇਹ ਚੀਜ਼ਾਂ ਮੈਗਨੀਫਾਈ ਹੋ ਕੇ ਦਿਸਣੀਆਂ ਸ਼ੁਰੂ ਹੋ ਚੁੱਕੀਆਂ ਸਨ, ਲੇਕਿਨ ਸਰਕਾਰ ਦੇ ਕੰਨ ਤੇ ਜਿਹਨੂੰ ਕਹਿੰਦੇ ਵੀ ਜੂੰ ਤੱਕ ਨਹੀਂ ਸਰਕੀ। ਤੇ ਸਥਿਤੀ ਇਹ ਰਹੀ ਕਿ ਪਟੀਸ਼ਨਰਸ ਨੂੰ ਲੱਖਾਂ ਲੱਖਾਂ ਰੁਪਏ ਵਕੀਲਾਂ ਨੂੰ ਦੇ ਕੇ ਅਦਾਲਤਾਂ ਦੇ ਵਿੱਚ ਖੜਾ ਹੋਣਾ ਪਿਆ। ਪਹਿਲਾਂ ਤਾਂ ਉਹ ਕਈ ਸਾਲ ਮਿਹਨਤ ਕਰਨ ਤੇ ਤਿਆਰੀ ਕਰਨ ਤੋਂ ਬਾਅਦ ਇਮਤਿਹਾਨ ਦੇਣ, ਫਿਰ ਇਮਤਿਹਾਨ ਦੇ ਵਿੱਚ ਨਕਲਾਂ ਮਾਰ ਕੇ ਚੰਗੇ ਰੈਂਕ ਕੁਆਲੀਫਾਈ ਕੋਈ ਹੋਰ ਕਰ ਜਾਏ। ਉਸ ਤੋਂ ਬਾਅਦ ਤੁਸੀਂ ਤਰਾਸਦੀ ਵੇਖੋ ਕਿ ਨਤੀਜੇ ਜਿਹੜੇ ਸੀਗੇ PPSC ਵੱਲੋਂ ਨਤੀਜੇ ਤੱਕ ਜਾਰੀ ਨਹੀਂ ਕੀਤੇ ਗਏ ਤੇ ਚੁੱਪ ਚਪੀਤੇ ਜਿਹੜੇ ਕੈਂਡੀਡੇਟਸ, ਕਾਮਯਾਬ ਕੈਂਡੀਡੇਟਸ ਜਾਂ ਸਕਸੈਸਫੁਲ ਟੌਪਰ ਕੈਂਡੀਡੇਟ ਸੀ, ਉਹਨਾਂ ਨੂੰ ਚਿੱਠੀਆਂ ਜਾਰੀਆਂ ਕੀਤੀਆਂ ਜਾ ਰਹੀਆਂ ਸਨ ਕਿ ਤੁਸੀਂ ਆਓ ਤੇ ਅੱਗੇ ਤੁਹਾਡਾ ਇੰਟਰਵਿਊ ਵਗੈਰਾ ਦਾ ਜਿਹੜਾ ਪ੍ਰੋਸੈਸ ਅੱਗੇ ਤੋਰਿਆ ਜਾਵੇ। ਸੋ PPSC ਦੀ ਮਨਸ਼ਾ ਉਸ ਰਿਜ਼ਲਟ ਨੂੰ ਲੋਕਾਂ ਦੇ ਨਾਲ ਸ਼ੇਅਰ ਕਰਨ ਦੀ ਵੀ ਨਹੀਂ ਸੀ। ਉਸ ਨੂੰ ਲੈ ਕੇ ਪਹਿਲੇ ਪੜਾਅ ਦੇ ਉੱਤੇ ਹੀ ਬਹੁਤ ਜਹਿਦ ਕਰਨੀ ਪਈ ਤੇ ਇਹ ਕਿਹਾ ਗਿਆ ਕਿ ਤੁਸੀਂ ਜਿਹੜਾ ਰਿਜ਼ਲਟਸ ਨਿਕਲੇ ਨੇ, ਜਿਹੜੇ ਟੌਪਰਸ ਹੈਗੇ ਨੇ, ਉਹਨਾਂ ਦੀ ਸੂਚੀਆਂ ਨੂੰ ਜਨਤਕ ਕਰੋ। ਇਨਫੈਕਟ ਟੌਪਰਸ ਕਿਉਂ, ਸਾਰਾ ਦਾ ਸਾਰਾ ਰਿਜ਼ਲਟ ਜਨਤਕ ਹੋਣਾ ਚਾਹੀਦਾ, ਇਸ ਵਿੱਚ ਲੁਕਾਉਣ ਦੀ ਕੀ ਲੋੜ ਸੀ। ਸੋ PPSC ਨੂੰ ਉਸ ਦਬਾਅ ਦੇ ਹੇਠ ਉਹਨਾਂ ਸੂਚੀਆਂ ਨੂੰ ਨਸ਼ਰ ਕਰਨਾ ਪਿਆ। ਤੇ ਜਿਵੇਂ ਹੀ ਇਹ ਲਿਸਟ ਨਸ਼ਰ ਹੋਈ, ਲਿਸਟ ਨੂੰ ਪਹਿਲੀ ਵਾਰ ਵੇਖ ਕੇ ਸਮਝ ਆ ਗਿਆ ਕਿ ਇਸ ਦੇ ਵਿੱਚ ਗੜਬੜ ਕੀ ਹੋਈ ਹੈ। ਮੂਨਕ ਤੇ ਪਾਤੜਾਂ ਦੇ ਪਾਣੀ ਵਿੱਚ ਅਜਿਹਾ ਵੀ ਕਿਹੜਾ ਗੁਣ ਹੈ ਕਿ ਉਸ ਦੇ 12 ਜਿਹੜੇ ਕੈਂਡੀਡੇਟ ਸਨ ਅਲੱਗ-ਅਲੱਗ ਆਲੇ ਦੁਆਲੇ ਦੇ ਪਿੰਡਾਂ ਦੇ, ਉਹ ਟੌਪ ਹੀ ਕਰ ਜਾਂਦੇ ਨੇ। ਸੋ ਸਰੇਆਮ ਦਿਸਦਾ ਪਿਆ ਸੀਗਾ ਕਿ ਐਡੀ ਵੱਡੀ ਗੜਬੜ ਹੋ ਚੁੱਕੀ ਹੈ। ਇਸ ਦੇ ਬਾਵਜੂਦ ਵੀ PPSC, ਪੰਜਾਬ ਪਬਲਿਕ ਸਰਵਿਸ ਕਮਿਸ਼ਨ, ਮੈਂ ਤੁਹਾਨੂੰ ਇਹ ਦੱਸਦਾ ਤੇ ਕਲੈਰੀਫਾਈ ਕਰਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ, ਪੰਜਾਬ ਸਰਕਾਰ ਨੂੰ ਇਸ ਚੀਜ਼ ਦੇ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਕਰਨੀ ਸੀ ਚਾਹੀਦੀ, ਨਾ ਅੱਜ ਕਰਨੀ ਚਾਹੀਦੀ ਹੈ, ਕਿਉਂਕਿ ਇਹ ਜਿਹੜਾ ਐਗਜ਼ਾਮੀਨੇਸ਼ਨ ਸੀ ਉਹਨਾਂ ਵੱਲੋਂ ਕੰਡਕਟ ਨਹੀਂ ਕਰਾਇਆ ਗਿਆ, ਇਹ ਪੰਜਾਬ ਸਰਕਾਰ ਕੰਡਕਟ ਨਹੀਂ ਕਰਾ ਰਹੀ ਸੀ। PPSC ਇੱਕ ਕਨਸਟੀਟਿਊਸ਼ਨਲ ਸੰਵਿਧਾਨਿਕ ਅਦਾਰਾ ਹੈ, ਉਸ ਦੇ ਕੋਲ ਆਪਣਾ ਸਟਾਫ ਹੈ, ਉਹਦਾ ਪੂਰਾ ਦਾ ਪੂਰਾ ਇੰਡੀਪੈਂਡੈਂਟ ਵਰਕਿੰਗ ਹੈ। ਸੋ ਭਗਵੰਤ ਮਾਨ ਜਾਂ ਪੰਜਾਬ ਸਰਕਾਰ ਨੂੰ ਕਿਸੇ ਵੀ ਤਰੀਕੇ ਦੀ ਐਮਬੈਰਸਮੈਂਟ ਮਹਿਸੂਸ ਕਰਨੀ ਹੀ ਨਹੀਂ ਚਾਹੀਦੀ ਸੀ। ਲੇਕਿਨ ਉਹ ਸਰਕਾਰਾਂ ਜਿਹੜੀਆਂ ਕਿ ਸੁਪਰੀਮ ਕੋਰਟ ਦੇ ਪੰਚਾਇਤੀ ਜ਼ਮੀਨਾਂ ਦੇ ਫੈਸਲਿਆਂ ਨੂੰ ਲਾਗੂ ਕਰਾਉਣ ਨੂੰ ਆਪਣੀ ਪ੍ਰਾਪਤੀਆਂ ਦੱਸ ਕੇ ਅਖਬਾਰਾਂ ਉੱਤੇ ਇਸ਼ਤਿਹਾਰਾਂ ਦੇ ਕਰੋੜਾਂ ਰੁਪਏ ਫੂਕ ਦਿੰਦੀ ਹੈ, ਜੋ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਦੇ ਵਿੱਚ ਛੋਟੀਆਂ-ਛੋਟੀਆਂ ਗੱਲਾਂ ਨੂੰ ਦੱਸਣ ਲਈ ਆਪਣੀ ਹੱਦ ਪਾਰ ਕਰ ਜਾਂਦੀ ਹੈ। ਸਰਕਾਰੀ ਖਜ਼ਾਨੇ ਦੇ ਵਿੱਚੋਂ ਜਿਹੜਾ ਖਰਚਾ ਕਰਦੀ ਹੈ ਉਹ ਬੇਹਿਸਾਬਾ ਖਰਚਾ ਕਰਦੀ ਹੈ। ਉਹ ਸਰਕਾਰਾਂ ਇੱਕ ਪ੍ਰੈਸ ਨੋਟ ਨਹੀਂ ਜਾਰੀ ਕਰ ਸਕਦੀਆਂ ਜਾਂ ਇੱਕ ਆਪਣਾ ਆਰਡਰ ਨਹੀਂ ਸੀ ਜਾਰੀ ਕਰ ਸਕਦੀਆਂ ਕਿ ਦਾਗੀ ਇਸ ਭਰਤੀ ਪ੍ਰਕਿਰਿਆ ਨੂੰ ਜਾਂ ਨਿਯੁਕਤੀ ਪ੍ਰਕਿਰਿਆ ਨੂੰ ਅਸੀਂ ਰੱਦ ਕਰਦੇ ਹਾਂ ਜਾਂ ਇਸ ਨੂੰ ਹੋਲਡ ਤੇ ਰੱਖਦੇ ਹਾਂ, ਸਸਪੈਂਸ਼ਨ ਦੇ ਵਿੱਚ ਰੱਖਦੇ ਹਾਂ, ਜਦ ਤੱਕ ਪੁਲਿਸ ਦੀ ਇਨਵੈਸਟੀਗੇਸ਼ਨ ਪੂਰੀ ਨਹੀਂ ਹੋ ਜਾਂਦੀ। ਪੁਲਿਸ ਦੀ ਇਨਵੈਸਟੀਗੇਸ਼ਨ ਤਾਂ ਕਰਾਣੀ ਹੀ ਕੀ ਸੀ। ਇਹ ਕਿਹਾ ਗਿਆ ਉਸ ਵਕਤ ਰੌਲਾ ਪਾ ਕੇ ਕਿ ਜੀ ਅਸੀਂ ਵਿਜੀਲੈਂਸ ਦੀ ਇਨਕੁਆਇਰੀ ਕਰਾਵਾਂਗੇ। ਵਿਜੀਲੈਂਸ ਦੀ ਇਨਕੁਆਇਰੀ ਦੇ ਵਿੱਚ ਤਾਂ ਪਤਾ ਨਹੀਂ ਕੀ ਨਿਕਲਿਆ, ਨਹੀਂ ਨਿਕਲਿਆ, ਲੇਕਿਨ ਪਟਿਆਲਾ ਪੁਲਿਸ ਨੇ ਆਪਣਾ ਕੰਮ ਚੰਗੇ ਤਰੀਕੇ ਦੇ ਨਾਲ ਕੀਤਾ ਕਿਉਂਕਿ ਉਹਨਾਂ ਨੂੰ ਤਜਰਬਾ ਸੀ ਤੇ ਉਹਨਾਂ ਨੇ ਆਪਣਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੱਢ ਲਿਆ। ਸੋ ਉਹ ਕੰਮ ਜਿਹੜਾ ਕਿ ਪੰਜਾਬ ਦੇ ਇੱਕ ਥਾਣੇਦਾਰ ਦੇ ਬਸ ਦਾ ਕੰਮ ਸੀ, ਉਹ ਕੰਮ ਕਰਨ ਦੇ ਵਿੱਚ ਇੰਨੇ ਮਹੀਨੇ ਹੀ ਨਹੀਂ ਲਾਤੇ, ਬਲਕਿ ਉਸ ਪੂਰੀ ਦੀ ਪੂਰੀ ਪ੍ਰਕਿਰਿਆ ਨੂੰ ਪਹਿਲਾਂ ਤਾਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਚੇਅਰਮੈਨ ਤੇ ਉਸ ਦੀ ਜਿਹੜੀ ਟੀਮ ਹੈ, ਮੈਂਬਰ ਹੈਗੇ ਨੇ, ਉਹਨਾਂ ਨੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ। ਡੇ 1 ਤੋਂ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ। ਜਦ ਤੋਂ ਨਤੀਜੇ ਆਏ ਤਦ ਤੋਂ ਉਹ ਲੋਕਾਂ ਨੇ ਨਤੀਜੇ ਛੁਪਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਨਤੀਜੇ ਨਸ਼ਰ ਹੋ ਗਏ ਉਸ ਤੋਂ ਬਾਅਦ ਉਸ ਪੂਰੀ ਦੀ ਪੂਰੀ ਪ੍ਰਕਿਰਿਆ ਨੂੰ ਕਿਹਾ ਗਿਆ ਕਿ ਇਹ ਤਾਂ ਕੋਈ ਵੱਡੀ ਗੱਲ ਨਹੀਂ ਹੈ, ਇਤਫਾਕ ਵੀ ਹੋ ਸਕਦਾ ਕਿ ਮੂਨਕ ਤੇ ਪਾਤੜਾਂ ਦੇ ਟੌਪਰ ਹੋ ਹੀ ਸਕਦੇ ਨੇ, ਇਸ 'ਚ ਕੀ ਐਡੀ ਵੱਡੀ ਗੱਲ ਹੈ। ਤੇ ਬਾਅਦ ਦੇ ਵਿੱਚ ਇੱਕ ਸੰਸਾ, ਇੱਕ ਸ਼ੱਕ ਜਿਹੜਾ ਕਿ ਮੇਰੀ 8 ਅਕਤੂਬਰ ਦੀ ਇੰਟਰਵਿਊ ਵਿੱਚ ਜਾਂ ਉਸ ਤੋਂ ਪਹਿਲਾਂ ਜਿਹੜੇ ਉਮੀਦਵਾਰ ਸੀ, ਕੈਂਡੀਡੇਟ ਸੀ ਜੋ ਕਿ ਪ੍ਰਭਾਵਿਤ ਤੇ ਪੀੜਿਤ ਪੱਖ ਸੀ, ਉਹਨਾਂ ਨੇ ਜਿੰਨੇ ਵੀ ਖਦਸ਼ੇ ਪ੍ਰਗਟਾਏ ਉਹ ਸਾਰੇ 100% ਸਹੀ ਸਾਬਤ ਹੋਏ। ਤੇ ਇਸ ਪੂਰੇ ਦੇ ਪੂਰੇ ਘਟਨਾ ਚੱਕਰ ਦੇ ਵਿੱਚ, ਘਟਨਾਕ੍ਰਮ ਦੇ ਵਿੱਚ ਸਰਕਾਰਾਂ ਤੇ ਇੱਕ ਇੰਸਟੀਟਿਊਸ਼ਨਲ ਜਿਹੜਾ ਫੇਲੀਅਰ ਹੈ ਉਹ ਸਰੇਆਮ ਜੱਗ ਜ਼ਾਹਰ ਹੋਇਆ। ਸਰਕਾਰਾਂ ਦੀ ਆਪਣੀ ਜ਼ਿੰਮੇਵਾਰੀ, ਤੁਹਾਡਾ ਆਪਣਾ ਓਵਰਸਾਈਟ ਮੈਕੈਨਿਜ਼ਮ, PPSC ਦੀ ਨਲਾਇਕੀ, ਉਸਦੇ ਚੇਅਰਮੈਨ ਤੇ ਉਸਦੇ ਮੈਂਬਰਾਂ ਦੀ ਜਿਹੜੀ ਮੈਂ ਤਾਂ ਕਹਿੰਦਾ ਵੀ ਹੱਦ ਦਰਜੇ ਦੀ ਜਿਹੜੀ ਨਲਾਇਕੀ ਸੀ, ਉਹਦੇ ਸਟਾਫ ਦੀ ਜਿਹੜੀ ਨਲਾਇਕੀ ਸੀ। PPSC ਦੇ ਇੱਕ ਚੇਅਰਮੈਨ ਤੇ ਉਸਦੇ ਜਿਹੜੇ ਮੈਂਬਰ ਹੁੰਦੇ ਨੇ ਉਹਨਾਂ ਨੇ ਆਪਣੀ ਲਿਮਿਟਿਡ 5 ਜਾਂ 6 ਸਾਲ ਦੀ ਜਿਹੜੀ ਟਰਮ ਹੁੰਦੀ ਹੈ ਉਸ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਅੱਧੇ ਦਰਜਨ ਤੋਂ ਵੱਧ ਕੋਈ ਵੱਡੇ ਪੱਧਰ ਦੇ ਐਗਜ਼ਾਮੀਨੇਸ਼ਨ ਕਰਾਣੇ ਹੁੰਦੇ ਨੇ। ਇਸ ਅਦਾਰੇ ਤੋਂ ਚੰਗੇ ਤਾਂ ਉਹ ਪੰਜਾਬ ਸਬਆਰਡੀਨੇਟ, ਪੰਜਾਬ SSSB ਵੀ ਇਸ ਨੂੰ ਬੋਲਿਆ ਜਾਂਦਾ, ਉਹ ਅਦਾਰੇ ਨੇ ਜਿਨ੍ਹਾਂ ਦੇ ਪ੍ਰੋਟੋਕੋਲਸ ਜਾਂ ਜਿਨ੍ਹਾਂ ਦੇ ਮਾਪਦੰਡ ਸਖਤ ਨੇ, ਜਿੱਥੇ ਸਕੈਨਰਸ ਵੀ ਚੱਲਦੇ ਨੇ, ਜਿੱਥੇ ਜੈਮਰਸ ਵੀ ਚੱਲਦੇ ਨੇ, ਜਿੱਥੇ ਨਕਲ ਵੀ ਨਹੀਂ ਹੁੰਦੀ।
ਤੇ ਐਡੇ ਵੱਡੇ ਕਨਸਟੀਟਿਊਸ਼ਨਲ ਅਦਾਰੇ ਜਿਸਨੇ ਕਿ ਨਾਇਬ ਤਹਿਸੀਲਦਾਰ, ਇਮੈਜਿਨ ਕਰੋ ਇਹ ਲੋਕ 22-25 ਲੱਖ ਰੁਪਏ ਦੀ ਰਿਸ਼ਵਤ ਦੇ ਕੇ ਨਾਇਬ ਤਹਿਸੀਲਦਾਰ ਲੱਗਣਾ ਸੀ ਤੇ ਇਹਨਾਂ ਨੇ ਫਿਰ ਅੱਗੇ ਕਰਨਾ ਕੀ ਸੀ? ਉਹ 22-25 ਲੱਖ ਦੀ ਵਸੂਲੀ ਕਿਵੇਂ ਕਰਨੀ ਸੀ? ਤੇ ਸਿਰਫ ਆਪਣੀ ਵਸੂਲੀ ਨਹੀਂ ਸੀ ਕਰਨੀ, ਇਹਨਾਂ ਨੇ ਸਾਰੀ ਉਮਰ ਉਹ ਵਸੂਲੀ ਲੋਕਾਂ ਦੇ ਗਾੜੇ ਪਸੀਨੇ ਦੀ ਜਿਹੜੀ ਕਮਾਈ ਸੀਗੀ ਉਸ ਨੂੰ ਨਾਜਾਇਜ਼ ਤਰੀਕੇ ਦੇ ਨਾਲ ਵਸੂਲ ਕੇ ਕਰਨੀ ਸੀ। ਸੋ ਇੱਕ ਐਡਾ ਵੱਡਾ ਫਰਜ਼ੀਵਾੜਾ ਹੋ ਰਿਹਾ ਸੀ ਤੇ ਇਹ ਸਰਕਾਰ ਇੰਨੇ ਮਹੀਨੇ ਚੁੱਪੀ ਸਾਧ ਕੇ ਰੱਖਦੀ ਹੈ। ਜਿਹੜੀ ਚੀਜ਼ਾਂ ਅਕਤੂਬਰ ਦੇ ਵਿੱਚ ਹੋਣੀਆਂ ਚਾਹੀਦੀਆਂ ਸੀ ਉਹ ਪੋਲੇ ਦੇ ਮੂੰਹ ਦੇ ਨਾਲ ਹੁਣ 20 ਜਨਵਰੀ ਨੂੰ ਜਾ ਕੇ ਤੁਸੀਂ ਫੈਸਲਾ ਲੈਂਦੇ ਹੋ ਤੇ ਕੋਈ ਜਾਣਕਾਰੀ ਨਹੀਂ। 7 ਫਰਵਰੀ ਨੂੰ ਅਦਾਲਤ ਦੇ ਸਾਹਮਣੇ ਬਿਆਨ ਕੀਤਾ ਜਾਂਦਾ ਹੈ, ਕੋਈ ਪ੍ਰੈਸ ਨੋਟ ਨਹੀਂ, ਕੋਈ ਇਨਫੋਰਮੇਸ਼ਨ ਨਹੀਂ ਕਿਸੇ ਨੂੰ ਕਿ ਕੀ ਹੋਇਆ ਕੀ ਨਹੀਂ ਹੋਇਆ, ਲੋਕਾਂ ਨੂੰ ਕੀ ਜਾਣਨ ਦਾ ਹੱਕ ਨਹੀਂ ਹੈ। ਤੁਸੀਂ ਆਪਣੇ ਇਸ਼ਤਿਹਾਰਾਂ ਪਿੱਛੇ ਆਪਣੀ ਫालतू ਜਿਹੜੀ ਵਾਹਵਾਹੀ ਲੁੱਟਣ ਲਈ ਤਾਂ ਲੋਕਾਂ ਦੇ ਅਰਬਾਂ ਰੁਪਏ ਅੱਜ ਤੱਕ ਗਰਕ ਕਰ ਚੁੱਕੇ ਹੋ। ਤੇ ਇਹ ਅਜਿਹਾ ਮਾਮਲਾ ਜੋ ਕਿ ਪੰਜਾਬ ਦੇ ਯੁਵਾਵਾਂ ਦੇ ਨਾਲ, ਉਹਨਾਂ ਦੀਆਂ ਆਸਾਂ, ਉਹਨਾਂ ਦੀ ਐਸਪੀਰੇਸ਼ਨਸ ਇੱਕ ਵਿਵਸਥਾ ਦੇ ਨਾਲ ਜੁੜਦਾ ਸੀ, ਜਿੱਥੇ ਕਿ ਸਰਕਾਰ, ਮੈਨੂੰ ਲੱਗਦਾ ਸਰਕਾਰ ਨੂੰ ਲੋਕ ਸਲਾਹੁੰਦੇ, ਸਰਕਾਰ ਦੀ ਤਾਰੀਫ ਕਰਦੇ ਕਿ ਉਸਨੇ ਇੱਕ ਸਹੀ ਫੈਸਲਾ ਸਹੀ ਸਮੇਂ ਤੇ ਲਿਆ। ਵੀ ਜੇ ਕੋਈ ਗਲਤੀ ਕਿਸੇ ਅਦਾਰੇ ਤੋਂ ਹੋਈ ਆ, ਪੰਜਾਬ ਸਰਕਾਰ ਦੀ ਗਲਤੀ ਨਹੀਂ ਸੀ, ਭਗਵੰਤ ਮਾਨ ਦੀ ਗਲਤੀ ਨਹੀਂ ਸੀ, ਉਹ PPSC ਦੀ ਗਲਤੀ ਸੀ। ਲੇਕਿਨ ਤੁਸੀਂ ਡਰ ਦੇਖੋ ਸਰਕਾਰ ਦੇ ਵਿੱਚ, ਕਿਉਂਕਿ ਮੈਨੂੰ ਤਾਂ ਪੂਰੀ ਦੀ ਪੂਰੀ ਸਰਕਾਰ ਦਾ ਇੱਕ ਸੂਚਨਾ ਤੰਤਰ ਦੇ ਆਲੇ ਦੁਆਲੇ ਘੁੰਮਦੀ ਹੈ। ਇਹ ਨਾਲ ਹੀ ਸਰਕਾਰ ਦਾ ਕੰਮ ਕਰਨ ਦਾ ਮਤਲਬ ਇਨਫੋਰਮੇਸ਼ਨ ਤੋਂ ਵੱਧ ਕੁਝ ਹੈ ਹੀ ਨਹੀਂ। ਉਸ ਨੂੰ ਘੁਮਾ ਦਿਓ, ਉਸ ਨੂੰ ਸਪਿਨ ਦੇ ਦਿਓ, ਅਖਬਾਰਾਂ 'ਚ ਇਸ਼ਤਿਹਾਰ ਲੱਗ ਦਿਓ, ਪ੍ਰੋਜੈਕਸ਼ਨ ਕਰ ਦਿਓ। ਇਸ ਤੋਂ ਇਲਾਵਾ ਕਿ ਸਰਕਾਰ ਦਾ ਹੋਰ ਕੋਈ ਕੰਮ ਨਹੀਂ। ਜਿਹੜੇ ਉਹ ਕੈਂਡੀਡੇਟਸ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਤੇ ਇਕੱਲੇ ਸਿਰਫ ਨਾਇਬ ਤਹਿਸੀਲਦਾਰ ਦੇ 78 ਨਾਇਬ ਤਹਿਸੀਲਦਾਰਾਂ ਦੀ ਭਰਤੀ ਦੀ ਗੱਲ ਕਿਉਂ ਕਰੀਏ? ਪੂਰਾ ਦਾ ਪੂਰਾ ਪੰਜਾਬ ਵੇਖ ਰਿਹਾ ਹੈ। ਪੰਜਾਬ ਦਾ ਹਰ ਉਹ ਨੌਜਵਾਨ, ਦੇਖੋ ਵੈਸੇ ਤਾਂ ਪੰਜਾਬ ਦਾ ਨੌਜਵਾਨ ਤੁਸੀਂ ਅੰਕੜੇ ਚੱਕ ਕੇ ਕੱਢ ਲਓ, 6 ਬੈਂਡ ਤੱਕ ਪੰਜਾਬ ਵਿੱਚ ਰਹਿਣ ਦਾ ਜਿਹੜਾ ਪੰਜਾਬ ਦੇ ਕਿਸੇ ਵੀ ਨੌਜਵਾਨ ਦਾ ਜਿਹੜਾ ਜਜ਼ਬਾ ਹੈ ਨਾ, ਉਹ 6 ਬੈਂਡ ਆਇਲਟਸ ਦੇ 6 ਬੈਂਡ ਤੱਕ ਹੀ ਸੀਮਿਤ ਹੈ। ਉਹ 6 ਬੈਂਡ ਟੱਪਦੇ ਹੀ ਉਹ ਬੰਦਾ ਹਮੇਸ਼ਾ ਬਾਹਰ ਜਾਣ ਦੀ ਕੋਸ਼ਿਸ਼ ਕਰਦਾ ਹੈ। ਸੋ ਪਹਿਲੀ ਗੱਲ ਤਾਂ ਪੰਜਾਬ 'ਚ ਕੋਈ ਰਹਿਣਾ ਨਹੀਂ ਚਾਹੁੰਦਾ, ਤੇ ਜਿਹੜੇ ਲੋਕ ਰਹਿਣਾ ਚਾਹ ਰਹੇ ਨੇ, ਜਿਹੜੇ ਲੋਕ ਇਹਨਾਂ ਅਦਾਰਿਆਂ ਦੇ ਵਿੱਚ ਕੰਮ ਕਰਨਾ ਚਾਹ ਰਹੇ ਨੇ, ਜੋ ਕਿ ਚਾਹੁੰਦੇ ਨੇ ਅਸੀਂ ਸਿਸਟਮ ਦੇ ਲਈ ਕੰਮ ਕਰੀਏ, ਪੰਜਾਬ ਲਈ ਕੰਮ ਕਰੀਏ, ਮਿਹਨਤੀ ਲੋਕ ਨੇ, ਤੇ ਉਹਨਾਂ ਦੇ ਨਾਲ ਜੇ ਐਡਾ ਵੱਡਾ ਧੱਕਾ ਹੋ ਰਿਹਾ ਹੈ ਤੇ ਸਰਕਾਰਾਂ ਮੁੱਖ ਦਰਸ਼ਕ ਬਣ ਕੇ ਵੇਖ ਰਹੀਆਂ ਸੀ, ਤੇ ਐਡੇ ਰੌਲੇ ਰੱਪੇ ਤੋਂ ਬਾਅਦ, ਆਪੋਜੀਸ਼ਨ ਦੇ ਰੌਲੇ ਰੱਪੇ ਤੋਂ ਬਾਅਦ ਇਸ ਕੇਸ ਦੇ ਵਿੱਚ ਕੋਈ ਹਾਈ ਲੈਵਲ ਇਨਕੁਆਇਰੀ ਨਹੀਂ ਹੋਈ। ਇੱਕ ਥਾਣੇਦਾਰ ਲੈਵਲ ਤੋਂ ਤੁਸੀਂ ਚਲੋ ਕੇਸ ਹੱਲ ਕਰਵਾ ਲਿਆ, ਲੇਕਿਨ ਕੀ ਹੁਣ ਇਹ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਇਸ ਚੀਜ਼ ਦੀ ਘੋਖ ਕੀਤੀ ਜਾਏ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਪਹਿਲਾਂ ਇਹ ਨਤੀਜਿਆਂ ਨੂੰ ਜਾਰੀ ਕਿਉਂ ਨਹੀਂ ਕਰਨਾ ਚਾਹ ਰਹੀ ਸੀ? ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਤੇ ਉਸਦੇ ਮੈਂਬਰਾਂ ਦਾ ਕੀ ਰੋਲ ਸੀ? ਉਹਨਾਂ ਦਾ ਕੀ ਮੁਫਾਦ ਸੀ? ਇਹ ਜਿਹੜੇ ਲੋਕਾਂ ਦੇ ਕੀ ਕਨੈਕਸ਼ਨ ਨੇ? ਠੀਕ ਹੈ, ਪੁਲਿਸ ਆਪਣਾ ਕੰਮ ਕਰੇਗੀ। ਕੀ PPSC ਵਰਗੇ ਅਦਾਰਿਆਂ ਨੂੰ ਇਸ ਚੀਜ਼ ਦੇ ਪ੍ਰਤੀ ਤਾੜਨਾ ਨਹੀਂ ਸੀ ਕੀਤੀ ਜਾਣੀ ਚਾਹੀਦੀ? ਕੀ ਉਹਨਾਂ ਦੀ ਆਪਣੀ ਭੂਮਿਕਾ, ਇਨਕੁਆਇਰੀਆਂ, ਚੇਅਰਮੈਨ ਦੇ ਆਪਣੇ ਰੋਲਸ ਜਿਹੜੇ ਉਹਨਾਂ ਦੀ ਇਨਵੈਸਟੀਗੇਸ਼ਨ ਨਹੀਂ ਮੰਗਦੀ? ਆਪੋਜੀਸ਼ਨ ਨੇ ਇਸ ਮਾਮਲੇ ਦੇ ਵਿੱਚ CBI ਇਨਕੁਆਇਰੀ ਦੀ ਗੱਲ ਕੀਤੀ ਸੀ। ਮੈਂ ਤਾਂ ਨਹੀਂ ਕਹਾਂਗਾ ਕਿ ਚਲੋ CBI ਇਨਕੁਆਇਰੀ, ਕਿਉਂਕਿ ਪੰਜਾਬ ਪੁਲਿਸ ਨੇ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੱਢ ਲਿਆ, ਲੇਕਿਨ ਵੱਡੇ ਜਿਹੜੇ ਹਾਇਰ ਲੈਵਲ ਦੇ ਫੰਕਸ਼ਨਰੀ ਸੀ ਉਹਨਾਂ ਦੀ ਭੂਮਿਕਾ ਕੀ ਸੀ? ਤੇ ਭਵਿੱਖ ਦੇ ਵਿੱਚ ਇਹ ਕੁਝ ਨਾ ਹੋਵੇ। ਸਿਸਟਮ ਦੇ ਵਿੱਚ ਅਜਿਹੀਆਂ ਹੋਰ ਕਿਹੜੀਆਂ ਕਮੀਆਂ ਖਾਮੀਆਂ ਨੇ ਜਿਨ੍ਹਾਂ ਨੂੰ ਦਰੁਸਤ ਕੀਤੇ ਜਾਣ ਦੀ, ਪਲੱਗ ਇਨ ਕੀਤੇ ਜਾਣ ਦੀ ਲੋੜ ਹੋ ਸਕਦੀ ਹੈ? ਸੀਨੀਅਰ ਫੰਕਸ਼ਨਰੀਜ਼ ਦੀ ਕੀ ਭੂਮਿਕਾ ਹੈ? ਉਹਨਾਂ ਦੀ ਕੀ ਓਵਰਸਾਈਟ ਮੈਕੈਨਿਜ਼ਮ ਹੈ? ਇਹ ਸਾਰੀ ਚੀਜ਼ਾਂ ਦੇ ਉੱਤੇ ਇੱਕ ਗੱਲਬਾਤ ਹੋਣੀ ਚਾਹੀਦੀ ਹੈ, ਇੱਕ ਡਾਇਲੌਗ ਹੋਣਾ ਚਾਹੀਦਾ ਹੈ। ਤੇ ਇਹ ਸਰਕਾਰ ਆਪਣੇ ਲੌਜੀਕਲ ਫੈਸਲਾ ਹੈ ਕਿ ਤੁਸੀਂ ਪੇਪਰ ਜਾਂ ਪੂਰੀ ਦੀ ਪੂਰੀ ਜਿਹੜੀ ਭਰਤੀ ਪ੍ਰਕਿਰਿਆ ਹੈ ਉਸ ਨੂੰ ਰੱਦ ਕਰਤਾ ਹੈ। ਇਸ ਦੀ ਜਾਣਕਾਰੀ ਤੁਹਾਨੂੰ ਹੋਰ ਨਿਖਾਰ ਕੇ ਦੇਣੀ ਚਾਹੀਦੀ ਹੈ ਤੇ ਭਵਿੱਖ ਦੀਆਂ ਆਪਣੀਆਂ ਯੋਜਨਾਵਾਂ ਵੀ ਲੋਕਾਂ ਦੇ ਨਾਲ ਸਾਂਝੀਆਂ ਕਰਨ ਦੀ ਲੋੜ ਹੈ, ਜੋ ਕਿ ਭਗਵੰਤ ਮਾਨ ਐਜ਼ ਏ ਮੁੱਖ ਮੰਤਰੀ ਮੈਨੂੰ ਲੱਗਦਾ ਉਸ ਤੋਂ ਚੁੱਕ ਚੁੱਕੇ ਨੇ। ਤੇ ਇਹ ਇੱਕ ਬਹੁਤ ਵੱਡਾ, ਮੈਂ ਇਸ ਨੂੰ ਇੱਕ ਫੇਲੀਅਰ ਵੀ ਮੰਨਦਾ, ਮੈਂ ਇਸ ਨੂੰ ਕਮੀ ਵੀ ਮੰਨਦਾ। ਇਸ ਕੇਸ ਦੇ ਵਿੱਚ ਮੈਂ ਬਾਰ-ਬਾਰ ਕਹਿੰਦਾ ਵੀ ਅਸੀਂ ਇਹ ਨਾ ਕਹੀਏ ਵੀ ਸੂਬਾ ਸਰਕਾਰ ਦਾ, ਜਿਵੇਂ ਆਪੋਜੀਸ਼ਨ ਪਾਰਟੀਆਂ ਕਹਿ ਰਹੀਆਂ ਨੇ ਕਿ ਸੂਬਾ ਸਰਕਾਰ ਤੋਂ ਇੱਕ ਇਮਤਿਹਾਨ ਨਹੀਂ ਕੰਡਕਟ ਹੋ ਰਿਹਾ, ਗੜਬੜ ਹੋ ਗਈ ਜੀ, ਭਰਤੀ ਘੁਟਾਲਾ ਹੋ ਗਿਆ। ਸੋ ਬਾਰ-ਬਾਰ ਇਸ ਚੀਜ਼ ਨੂੰ ਫੋਕਸ ਕਰਨ ਦੀ ਲੋੜ ਹੈ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਬੇਸ਼ੱਕ ਪੰਜਾਬ ਸਰਕਾਰ ਦਾ ਹੀ ਇੱਕ ਅਦਾਰਾ ਹੈ, ਲੇਕਿਨ ਐਟ ਦ ਸੇਮ ਪੁਆਇੰਟ ਇਨ ਟਾਈਮ ਉਹ ਕਨਸਟੀਟਿਊਸ਼ਨਲ ਅਦਾਰਾ ਹੈ। ਉਸ ਦੇ ਵਿੱਚ ਸਰਕਾਰਾਂ, ਮੁੱਖ ਮੰਤਰੀ ਦੀ ਦਖਲ ਉਸ ਤਰੀਕੇ ਦਾ ਨਹੀਂ ਹੁੰਦਾ। ਇਸ ਚੀਜ਼ ਨੂੰ ਤਾਂ ਸਮਝਿਆ ਜਾ ਸਕਦਾ ਹੈ, ਲੇਕਿਨ ਇਸ ਚੀਜ਼ ਨੂੰ ਨਹੀਂ ਸਮਝਿਆ ਜਾ ਸਕਦਾ ਕਿ ਤੁਸੀਂ 5-5, 6-6 ਮਹੀਨੇ ਉਹਨਾਂ ਪ੍ਰਖਿਆਰਥੀਆਂ ਨੂੰ, ਮਿਹਨਤਕਸ਼ ਸਟੂਡੈਂਟਸ ਨੂੰ ਅਦਾਲਤਾਂ ਦੇ ਚੌਖਟਾਂ ਦੇ ਉੱਤੇ ਉਹਨਾਂ ਦੇ ਧੱਕੇ ਉਹਨਾਂ ਦੇ ਖਵਾਓ ਤੇ ਉਹਨਾਂ ਨੂੰ ਮਜਬੂਰ ਕਰੋ ਕਿ ਲੱਖਾਂ ਰੁਪਏ ਆਪਣੀ ਜੇਬਾਂ 'ਚੋਂ ਦੇਣ, ਹਜ਼ਾਰਾਂ ਰੁਪਏ ਦੀ ਫੀਸਾਂ ਜਿਹੜੀਆਂ ਨੇ ਵਕੀਲਾਂ ਨੂੰ ਦੇਣ, ਪਟੀਸ਼ਨਾਂ ਪਾਉਣ, ਫਿਰ ਉਹ ਪਟੀਸ਼ਨਾਂ ਬੰਚ ਹੋ ਜਾਣ। ਫਿਰ ਇੱਕ ਦਿਨ ਤੁਸੀਂ ਪੋਲੇ ਜੇ ਮੂੰਹ ਨਾਲ ਕਹਿ ਦਿਓ ਜੀ ਅਸੀਂ ਤਾਂ ਪੂਰੀ ਦੀ ਪੂਰੀ ਰਿਕਰੂਟਮੈਂਟ ਜਿਹੜੀ ਐਕਸਰਸਾਈਜ਼ ਸੀ ਉਸ ਨੂੰ ਰੱਦ ਕਰਤਾ, ਤੇ ਫਿਰ ਤੁਹਾਡੇ ਤੇ ਕਾਸਟ ਨਹੀਂ ਪੈਣੀ ਚਾਹੀਦੀ। ਤੁਹਾਨੂੰ ਉਹਨਾਂ ਕੈਂਡੀਡੇਟਸ ਨੂੰ ਉਹਨਾਂ ਦੇ ਜਿਹੜੀ ਵਕੀਲਾਂ ਦੇ ਉੱਤੇ ਖਰਚੇ ਹੋਏ ਨੇ ਉਹ ਵਾਪਸ ਮੋੜਨੇ ਚਾਹੀਦੇ ਨੇ। ਉਹ ਜਿਹੜੀਆਂ ਫੀਸਾਂ ਤੁਸੀਂ ਕੈਂਡੀਡੇਟਸ ਤੋਂ ਲਈਆਂ, ਇਹ ਸਰਕਾਰ ਦੀ, ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਨਲਾਇਕੀ, ਜਿਹੜੀ ਫੀਸਾਂ ਮੋਟੀਆਂ ਲੈਂਦੇ ਨੇ, ਐਗਜ਼ਾਮੀਨੇਸ਼ਨ ਫੀਸ ਜਿਸ ਨੂੰ ਕਿਹਾ ਜਾਂਦਾ ਹੈ, ਉਹ ਕਿਸ ਲਈ ਦਿੱਤੀ ਜਾਂਦੀ ਹੈ? ਤੁਸੀਂ ਪਹਿਲਾਂ ਇਮਤਿਹਾਨ ਦਿਓ, ਫਿਰ ਉਸ ਦੇ ਵਿੱਚ ਹੋਰ ਲੋਕ ਜਾਲਸਾਜ਼ ਲੋਕ ਨਕਲਾਂ ਮਾਰ ਲੈਣ। ਪੇਪਰ ਲੀਕ ਮਾਫੀਆ ਲੱਖਾਂ ਰੁਪਏ, ਕਰੋੜਾਂ ਰੁਪਏ ਦੀ ਕਾਲੀ ਕਮਾਈ ਕਰਕੇ
ਇਹਨਾਂ ਜਿਹੜੇ ਉਮੀਦਵਾਰਾਂ ਨੂੰ ਟੌਪ ਕਰਾ ਦੇ ਤੇ ਉਸ ਤੋਂ ਬਾਅਦ ਤੁਸੀਂ ਰੌਲਾ ਪਾਓ ਕਿ ਸਾਨੂੰ ਟੌਪਰਾਂ ਦੀ ਸੂਚੀਆਂ ਦਿਓ। ਤੁਸੀਂ ਫਿਰ ਰੌਲਾ ਪਾਓ ਕਿ ਜੀ ਐਡਾ ਵੱਡਾ ਘੁਟਾਲਾ ਹੋ ਗਿਆ, ਇਹਦੀ ਜਾਂਚ ਕਰੋ। ਤੁਸੀਂ ਫਿਰ ਰੌਲੇ ਪਾਓ, ਹਰ ਲੈਵਲ ਦੇ ਉੱਤੇ ਤੁਸੀਂ ਜਾਓ ਤੇ ਬਾਅਦ ਦੇ ਵਿੱਚ ਸਰਕਾਰ ਨੇ ਕੋਈ ਫੈਸਲਾ ਲੈਣਾ ਹੈ, ਇਸ ਲਈ ਵੀ ਤੁਹਾਨੂੰ ਅਦਾਲਤਾਂ ਦੇ ਧੱਕੇ ਖਾਣੇ ਪੈਣ ਜਾ ਕੇ ਤੇ ਪੁੱਛਣਾ ਪਵੇ ਵੀ ਸਰਕਾਰ ਨੇ ਕੀ ਕਾਰਵਾਈ ਕੀਤੀ, ਫਿਰ ਭੋਲੇ ਜਿਹੇ ਮੂੰਹ ਨਾਲ ਸਰਕਾਰ ਉਹਦਾ ਜਵਾਬ ਦੇ ਦੇਵੇ। ਇਹ ਕਿੱਥੋਂ ਦੀ ਗਵਰਨੈਂਸ ਹੈ, ਕਿੱਥੋਂ ਦੀ ਐਡਮਿਨਿਸਟ੍ਰੇਸ਼ਨ? ਆਈ ਥਿੰਕ ਦਿਸ ਇਜ਼ ਅ ਟੋਟਲ ਕੋਲੈਪਸ। ਇਹ ਬਿਲਕੁਲ ਹੀ ਇਰਰਿਸਪੌਂਸਿਬਲ ਹੈ, ਇਹ ਗੈਰ ਜ਼ਿੰਮੇਵਾਰਾਨਾ ਅਪਰੋਚ ਹੈ। ਘੱਟੋ ਘੱਟ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਚੀਜ਼ ਪੱਖੋਂ ਸ਼ਰਮਸਾਰ ਹੋਣ ਦੀ ਲੋੜ ਹੈ। ਮੈਂ ਨਹੀਂ ਕਹਿੰਦਾ ਕਿ ਇਸ ਘੁਟਾਲੇ ਦੇ ਪਿੱਛੇ ਉਹਨਾਂ ਦੀ ਕੋਈ ਅਜਿਹੀ ਭੂਮਿਕਾ ਜਾਂ ਉਹਨਾਂ ਦੀ ਸਰਕਾਰ ਦੀ ਕੋਈ ਅਜਿਹੀ ਗੱਲਬਾਤ ਹੈ। ਇਨਫੈਕਟ ਉਹਨਾਂ ਦੀ ਹੀ ਪੁਲਿਸ ਡਿਪਾਰਟਮੈਂਟ ਨੇ ਇਹ ਪੂਰੇ ਦੇ ਪੂਰੇ ਮਾਮਲੇ ਦੇ ਵਿੱਚ ਖੋਜਬੀਨ ਕੀਤੀ ਹੈ, ਸਹੀ ਚੀਜ਼ਾਂ, ਸਹੀ ਫੈਕਟਸ ਤੱਤ ਕੱਢੇ ਨੇ। ਲੇਕਿਨ ਉਹਨਾਂ ਨੂੰ ਇਸ ਚੀਜ਼ ਉੱਤੇ ਜ਼ਰੂਰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਸਾਡੇ ਮਿਹਨਤੀ ਜਿਹੜੇ ਕੈਂਡੀਡੇਟਸ ਨੂੰ ਇੱਕ ਚੰਗੀ ਵਿਵਸਥਾ, ਇੱਕ ਚੰਗਾ ਐਗਜ਼ਾਮੀਨੇਸ਼ਨ ਸਿਸਟਮ ਦੇਣ ਦੀ ਬਜਾਏ ਉਹਨਾਂ ਨੂੰ ਅਦਾਲਤਾਂ ਦੇ ਵਿੱਚ ਧੱਕੇ ਖਾਣ ਲਈ ਮਜਬੂਰ ਕਰਦੇ ਰਹੇ ਇੰਨੇ ਮਹੀਨੇ ਤੱਕ। ਜਿਹੜੇ ਸੰਸੇ ਸੀ ਨਾ, ਮਤਲਬ ਸਰਕਾਰਾਂ ਦੇ ਕੰਮ, ਇਵਨ ਸਾਡੇ ਪੱਤਰਕਾਰਾਂ ਦੇ, ਮੈਂ ਕਈ ਵਾਰ ਕਹਿੰਦਾ ਕਿ ਸਾਡੇ ਕੰਮ ਜਾਂ ਸਰਕਾਰਾਂ ਦੇ ਕੰਮ ਸੰਸੇ ਪੈਦਾ ਕਰਨਾ ਨਹੀਂ ਹੈ, ਉਹਨਾਂ ਦੇ ਜਵਾਬ ਹੱਲ ਤਲਾਸ਼ ਨੇ ਤੇ ਲੋਕਾਂ ਦੇ ਸਾਹਮਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਰੱਖਣ ਦਾ ਹੈ। ਤੇ ਜਿਹੜੀ ਚੰਗੀਆਂ ਵਿਵਸਥਾਵਾਂ, ਚਾਹੇ ਆਪਾਂ ਪੱਛਮੀ ਮੁਲਕ ਦੇਖ ਲਈਏ, ਬਹੁਤ ਅਜਿਹੇ ਸਿਸਟਮ ਹੈਗੇ ਨੇ ਜਿੱਥੇ ਕਿ ਚੀਜ਼ਾਂ ਨੂੰ ਬਹੁਤ ਹੀ ਟਰਾਂਸਪੇਰੈਂਟ ਤਰੀਕੇ ਦੇ ਨਾਲ ਰੱਖਿਆ ਜਾਂਦਾ, ਜਿੱਥੇ ਉਹਨਾਂ ਨੂੰ ਰੱਖਣ ਦੀ ਲੋੜ ਹੁੰਦੀ ਹੈ। ਲੇਕਿਨ ਇਸ ਕੇਸ ਦੇ ਵਿੱਚ ਅਸੀਂ ਉਹ ਹੁੰਦਾ ਨਹੀਂ ਵੇਖਿਆ। ਸੋ ਅੱਜ ਦੀ ਇਸ ਰਿਪੋਰਟ ਦਾ ਮਕਸਦ ਸਿਰਫ ਇੱਕ ਸ਼ੀਸ਼ਾ ਦਿਖਾਉਣ ਦੀ ਕੋਸ਼ਿਸ਼ ਸੀ, ਤੇ ਉਹ ਸ਼ੀਸ਼ਾ ਸਾਡੇ ਪੂਰੇ ਦੇ ਪੂਰੇ ਸਿਸਟਮ ਨੂੰ ਸ਼ੀਸ਼ਾ ਦਿਖਾਉਣ ਦੀ ਗੱਲ ਹੈ। ਇਕੱਲੇ ਉਸ ਦੇ ਵਿੱਚ ਇੱਕ ਸਰਕਾਰ, ਇੱਕ ਪਾਰਟੀ ਦੀ ਸਰਕਾਰ ਦਾ ਮੁੱਦਾ ਨਹੀਂ ਹੈ। ਜੇ ਕੈਪਟਨ ਅਮਰਿੰਦਰ ਸਿੰਘ ਜਾਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੁੰਦੇ, ਇਹੀ ਕੁਝ ਹੋ ਰਿਹਾ ਹੋਣਾ ਸੀਗਾ। ਇਹਦੇ ਵਿੱਚ ਮੈਨੂੰ ਕੋਈ ਦੋਰਾਵਾ ਨਹੀਂ ਹੈ। ਉਹੀ ਬਿਊਰੋਕ੍ਰੇਸੀ ਹੈ, ਉਹੀ ਢਾਂਚਾ ਹੈ, ਕੋਈ ਵੱਖਰੀ ਸੋਚ ਨਹੀਂ ਹੈ। ਨੋ ਮਿਸਟੇਕ ਸਿੰਡਰਮ ਹੈ। ਸੂਚਨਾ ਦਾ ਉਹੀ ਤੰਤਰ ਹੈ ਵੀ ਸੂਚਨਾ ਨੂੰ ਘੁਮਾ ਫਿਰਾ ਕੇ ਆਪਣੇ ਹੱਕ ਦੇ ਵਿੱਚ, ਆਪਣੀ ਫੇਵਰ ਦੇ ਵਿੱਚ ਵਰਤ ਲਈਏ। ਇਹ ਸਮੇਂ ਦੀਆਂ ਸਰਕਾਰਾਂ ਦੇ ਫੰਡੇ ਬਣ ਚੁੱਕੇ ਨੇ। ਉਹਨਾਂ ਨੇ ਕੁਝ ਨਹੀਂ ਲੈਣਾ ਦੇਣਾ ਆਪਣੇ ਸਿਸਟਮ ਦੇ ਵਿੱਚ ਸੁਧਾਰ ਕਰਨ ਦੇ ਪੱਖੋਂ। ਜਿਹੜੀ ਚੀਜ਼ ਸੂਚਨਾ ਨੂੰ ਵਰਤ ਕੇ ਜਾਂ ਸੂਚਨਾ ਤੰਤਰ ਨੂੰ ਵਰਤ ਕੇ ਉਹ ਆਪਣੇ ਹੱਕ ਦੇ ਵਿੱਚ ਭੁਗਤਾ ਜਾਣ ਜਾਂ ਇੱਕ ਪ੍ਰੋਜੈਕਸ਼ਨ ਕਰ ਜਾਣ, ਉਸ ਪੱਖੋਂ ਆਪਣੀ ਕਾਮਯਾਬੀ ਮੰਨ ਲੈਂਦੇ ਨੇ ਤੇ ਬਾਕੀ ਚੀਜ਼ਾਂ ਉੱਤੇ ਚੁੱਪੀ ਧਾਰ ਲੈਂਦੇ ਨੇ, ਜਿਵੇਂ ਇਸ ਕੇਸ ਦੇ ਵਿੱਚ ਚੁੱਪੀ ਧਾਰੀ, ਵਿਚ ਇਜ਼ ਮੋਸਟ ਅਨਫੋਰਚੂਨੇਟ। ਸੋ ਅੱਜ ਦੀ ਗੱਲਬਾਤ ਦੇ ਵਿੱਚ ਇਹੀ ਨੁਕਤੇ ਸੀ ਜੋ ਕਿ ਮੈਂ ਟੱਚ ਕਰਨਾ ਚਾਹੁੰਦਾ ਸੀ। ਬਾਕੀ ਵੇਰਵੇ ਜਿਹੜੇ ਹੈਗੇ ਨੇ, ਕਿਹੜੇ ਟੌਪਰ ਕਿਹੜੇ ਪਿੰਡਾਂ ਦੇ ਸੀ, ਉਹ ਮੈਂ ਦਸੰਬਰ ਦੀ ਆਪਣੀ ਰਿਪੋਰਟ ਨੂੰ ਇਸ ਵੀਡੀਓ ਦੇ ਵਿੱਚ ਪਿਨ ਕਰ ਦਾਂਗਾ, ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇ ਦਾਂਗੇ। ਤੇ ਅਕਤੂਬਰ ਦੀ ਜਿਹੜੀ ਪਹਿਲੀ ਰਿਪੋਰਟ ਸੀ ਡਾਕਟਰ ਪਿਆਰੇ ਲਾਲ ਗਰਗ ਨੇ ਜਿਹੜੇ ਤਰਕ ਦਿੱਤੇ ਸੀ, ਉਹ ਅੱਜ ਵੀ ਰੈਲੇਵੈਂਟ ਨੇ, ਸਮਝਣ ਦੀ ਲੋੜ ਹੈ। ਤੇ ਸਰਕਾਰ ਉਹਨਾਂ ਵਰਗੇ ਲੋਕਾਂ ਨੂੰ ਜਾਂ ਉਹਨਾਂ ਦੀ ਜਿਹੜੀ ਸਲਾਹ ਹੈ ਉਸ ਨੂੰ ਮੰਨੇ ਤੇ ਆਉਣ ਵਾਲੇ ਭਵਿੱਖ ਦੇ ਵਿੱਚ ਇਸ ਪ੍ਰਣਾਲੀ, ਇਸ ਪ੍ਰਕਿਰਿਆ ਦੇ ਵਿੱਚ ਕੋਈ ਹੋਰ ਸੰਨ ਨਾ ਲਾ ਸਕੇ, ਇਸ ਚੀਜ਼ ਦਾ ਇੰਤਜ਼ਾਮ ਕਰੇ। ਇਸ ਚੀਜ਼ ਲਈ ਸਰਕਾਰਾਂ ਚੁਣੀਆਂ ਜਾਂਦੀਆਂ ਨੇ, ਫੋਕੀ ਵਾਹਵਾਹੀ ਬਟੋਰਨ ਤੇ ਅਖਬਾਰੀ ਇਸ਼ਤਿਹਾਰਾਂ ਲਈ ਨਹੀਂ। ਸੋ ਅੱਜ ਦੀ ਇਸ ਰਿਪੋਰਟ ਨੂੰ ਇੱਥੇ ਦਿੰਦੇ ਹਾਂ ਵਿਰਾਮ। ਅੱਜ ਮੈਨੂੰ ਲੱਗਦਾ ਥੋੜ੍ਹਾ ਜ਼ਿਆਦਾ ਮੈਂ ਕ੍ਰਿਟੀਕਲੀ ਗੱਲਬਾਤ ਕਰ ਲਈ ਹੈ, ਲੇਕਿਨ ਮੈਨੂੰ ਮਹਿਸੂਸ ਹੋਇਆ ਇਹ ਗੱਲ ਕਰਨੀ ਚਾਹੀਦੀ ਸੀ, ਸੋ ਮੈਂ ਕੀਤੀ। ਛੇਤੀ ਇੱਕ ਹੋਰ ਰਿਪੋਰਟ ਲੈ ਕੇ ਫਿਰ ਮਿਲਦੇ ਹਾਂ।